बिस्मिल्लाहिर्रहमानिर्रहीम अस्सलामु अलैकुम वरहमतुल्लाहि वबरकातुहू। वेलकम टू माय चैनल फार्मिंग इन्फो पीके। फार्मिंग इन्फो पीके में तमाम अहबाब को, दोस्तों को दिल की अथाह गहराइयों से खुशामदीद कहते हैं। तो आज हम बुफेलोज़ के एक ऐसे फार्म पर विज़िट कर रहे हैं यहाँ पर फार्मर भी हमारे साथ मौजूद हैं और इसका माशाल्लाह बहुत ही अच्छा स्ट्रक्चर है इस फार्म का। तो चलिए जो इसके मतलब मज़ीद इन्फॉर्मेशन जो हैं वो फार्म के ऑनर हमें देंगे। तो चलिए उनका इंटरव्यू स्टार्ट करते हैं और मज़ीद इन्फॉर्मेशन आपके साथ शेयर करते हैं। माशाल्लाह फार्म को देखें तो फार्म अपनी नौइयत का इलाकाई हिसाब से मौसमी असरात का हिसाब लगाया जाए तो काफ़ी दरमियाने दर्जे का बेहतरीन फार्म है, इंतहाई सूटेबल जगह पर बनाया गया है। चलिए उनका इंटरव्यू स्टार्ट करते हैं। अस्सलाम वालेकुम सर। वालेकुम अस्सलाम। सर ना की अपना? मेरा नाम जी अकमल सजाद। अच्छा मिंबर साहब ये दसो कितनी देर तो काम कर रहे हो? तकरीबन कोई 20 साल हो गए ने मैनूं करदे। 20 साल तो माशाअल्लाह 20 सालों का तजर्बा है तुहाडा। किन्ने जानवर ने इस टाइम तुहाडे कोल? इस टाइम डंगर साडे कोल जानवर है ने कोई 11 है ने दुध वाले। ठीक है, 11 ने दुध वाले। हाँ जी। अच्छा सर ਜਿਹੜੇ जानवर ਤੁਸੀਂ ਰੱਖੇ ਦੇ ਨੇ ਕਿਹੜੀ ਨਸਲ ਦੇ ਜੇ? चीचा वतनी दे जी। ਚੀਚਾ ਵਤਨੀ। हाँ जी। ਅੱਛਾ ਇਹ ਤਕਰੀਬਨ ਸਟਾਰਟਿੰਗ ਤੋਂ ਤੁਹਾਡੇ ਕੋਲ ਨੇ ਜਾਂ ਤੁਸੀਂ ਕਿਤੋਂ ਮੁੱਲ ਲਿਆ ਕੇ ਵਿੱਚ ਰੱਖੇ ਨੇ? कुछ दे कोल ने स्टार्टिंग दे, कुछ हाँ मुल लए ने। ਮੁੱਲ ਲਏ ਨੇ? हाँ जी। ਅੱਛਾ ਤੁਹਾਡੇ ਜਾਨਵਰਾਂ ਦੇ ਵਿੱਚੋਂ ਤਕਰੀਬਨ ਦੁੱਧ ਦੇਣ ਵਾਲੇ ਜਾਨਵਰ ਕਿੰਨੇ ਜੇ? दुध देने वाले डंगर ने साडे कोल इस वेले जानवर 9। सर किन्ने जानवर दुध दे रहे जे? जानवर साडे कोल 9 ने इस वेले दुध देने वाले। 9 माशाअल्लाह। अच्छा 9 जानवर ਜਿਹੜੇ ਤੁਹਾਡੇ ਕੋਲ ਦੁੱਧ ਦੇ ਰਹੇ ਨੇ ਉਹਨਾਂ ਦੇ ਵਿੱਚੋਂ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਦੁੱਧ ਦਿੰਦੀ ਹੈ ਉਹ ਕਿੰਨਾ ਕੁ ਦੇੜਦੀ ਜੇ? ਉਹ ਇਸ ਵੇਲੇ ਕੋਈ 16 ਕਿਲੋ ਦੇ ਰਹੀ ਹੈ ਦੋਵਾਂ ਟਾਈਮਾਂ ਦਾ। ਮਾਸ਼ਾਅੱਲਾ ਦੋਨਾਂ ਟਾਈਮਾਂ ਦਾ। ਕੋਈ ਚੀਚਾ ਵਤਨੀ ਦੇ ਜਿਹੜੇ ਨੇ ਨਾ ਉਹ ਜ਼ਿਆਦਾ ਦਿੰਦੇ ਨੇ। ਚੀਚਾ ਵਤਨੀ ਜਿਹੜਾ ਜ਼ਿਆਦਾ ਦੁੱਧ ਦਿੰਦੀ ਹੈ। ਹਾਂਜੀ। ਤੇ ਤੁਸੀਂ ਉਹ ਮੱਝਾਂ ਕਿਉਂ ਨਹੀਂ ਰੱਖੀਆਂ? ਹਾਂ ਮੱਝਾਂ ਉਹੀ ਰੱਖੀਆਂ ਨੇ ਚੀਚਾ ਵਤਨੀ ਦੀਆਂ। ਇਹ ਚੀਚਾ ਵਤਨੀ ਮੱਝਾਂ ਰੱਖੀਆਂ ਨੇ। ਠੀਕ ਹੈ। ਇਹ ਤਕਰੀਬਨ ਇਹਨਾਂ ਨਾਲ ਕੋਈ ਚੰਗੀ ਨਸਲ ਵੀ ਹੈ ਕਿ ਇਹੋ ਹੀ ਤੁਸੀਂ ਸਟਾਰਟਿੰਗ ਤੋਂ ਇਹੋ ਹੀ ਰੱਖਦੇ ਆ ਰਹੇ ਹੋ? ਸਾਡੇ ਤਜਰਬੇ ਦੇ ਮੁਤਾਬਕ ਤੇ ਇਹੋ ਹੀ ਬਿਹਤਰ ਨੇ। ਇਹੋ ਹੀ ਬਿਹਤਰ ਨੇ। ਹਾਂਜੀ। ਅੱਛਾ ਇਹ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦੀ ਮਿਲ ਜਾਂਦੀ ਹੈ ਮੱਝ? ਜੇ ਅੱਛੀ ਮੱਝ ਲਈਏ ਤੇ ਉਹ ਮਿਲਦੀ ਹੈ ਜੀ 3 ਤੋਂ 3.5 4 ਦੇ ਦਰਮਿਆਨ। 3 ਤੋਂ 3.5 4 ਦੇ ਦਰਮਿਆਨ। ਹਾਂਜੀ। ਉਹ ਦੁੱਧ ਕਿੰਨਾ ਕੁ ਦੇ ਹੜਦੀ ਹੈ? ਦੁੱਧ 20 ਕਿਲੋ 22 ਕਿਲੋ 16 ਕਿਲੋ ਤੋਂ ਲੈ ਕੇ ਦੇ ਹੜਦੀ ਹੈ। 16 ਕਿਲੋ ਤੱਕ। ਅੱਛਾ ਸਰ ਸਾਡੇ ਕੋਲ ਇੱਕ ਬੜਾ ਹੀ ਅਹਿਮ ਤੇ ਟੈਕਨੀਕਲ ਕਿਸਮ ਦਾ ਸਵਾਲ ਹੈ ਕਿ ਤੁਹਾਨੂੰ 20 ਸਾਲ ਹੋ ਗਿਆ ਰੱਖੇ ਦੇ ਆ ਮੱਝ ਨੂੰ, ਜਦੋਂ ਨਵਿਆਂ ਕਰਵਾਉਣਾ ਚਾਹੀਦਾ ਤੇ ਸਾਣ ਕੋ ਕਰਵਾਉਣਾ ਚਾਹੀਦਾ ਜਾਂ ਟੀਕਾ ਲਵਾਉਣਾ ਚਾਹੀਦਾ? ਅਸੀਂ ਤੇ ਜਿਹੜਾ ਆਪਣਾ ਤਜਰਬੇ ਦੇ ਮੁਤਾਬਕ ਅਸੀਂ ਤੇ ਸਾਨ ਕੋਲੇ ਲਵਾਉਂਦੇ ਆ। ਸਾਣ ਕੋ ਲਵਾਉਂਦੇ ਹੋ? ਹਾਂਜੀ। ਅੱਛਾ ਉਹਦੀ ਵਜ੍ਹਾ ਕੀ ਹੈ ਕਿ ਕੀ ਉਹਦੇ ਚ ਬਿਹਤਰੀ ਤੁਸੀਂ ਦੇਖਦੇ ਹੋ ਕਿ ਜਿਹੜੀ ਬਰੀਡ ਹੁੰਦੀ ਹੈ ਉਹ ਅੱਛੀ ਕਿਸਮ ਦੀ ਹੁੰਦੀ ਹੈ, ਇਹਦੇ ਵਿੱਚ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ? ਕੀ ਵਜ੍ਹਾ ਹੁੰਦੀ ਹੈ ਜਿਹੜਾ ਤੁਸੀਂ ਆਪਣੇ ਤਜਰਬੇ ਦੇ ਮੁਤਾਬਕ ਦੱਸ ਰਹੇ ਹੋ? ਅਸੀਂ ਆਪਣੇ ਤਜਰਬੇ ਦੇ ਮੁਤਾਬਕ ਇਹੋ ਹੀ ਦੱਸਦੇ ਆ ਕਿ ਡਾਕਟਰ ਕੋਲ ਅਸੀਂ ਕਰਵਾਉਂਦੇ ਆ ਨਾ ਤੇ ਉਹ ਬਾਂਹ ਜਦੋਂ ਲਾਂਦਾ ਨਾ ਉਹ ਜਾਨਵਰ ਨੂੰ ਮਸਲਾ ਬਣਦਾ, ਅੰਦਰ ਉਹਦੇ ਮਸਲੇ ਬਣਦੇ ਨੇ ਜੀ। ਅਗਰ ਸਾਨ ਕੋਲੋਂ ਅਸੀਂ ਲਵਾਉਂਦੇ ਆ ਉਹ ਕੁਦਰਤੀ ਇੱਕ ਅਮਲ ਹੈ, ਉਹ ਬਿਹਤਰ ਰਹਿੰਦਾ। ਉਹ ਬਿਹਤਰ ਰਹਿੰਦਾ। ਹਾਂਜੀ। ਮਤਲਬ ਇਹ ਤੁਸੀਂ ਮਸ਼ਵਰਾ ਦਵੋਗੇ ਕਿ ਅਗਰ ਸਾਨ ਕੋਲੋਂ ਨਵਾਂ ਕਰਵਾਇਆ ਜਾਏ ਜਾਨਵਰ ਨੂੰ ਤਾਂ ਬਿਹਤਰ ਰਹੇਗਾ। ਅੱਛਾ ਤੇ ਸਰ ਤੁਹਾਡੇ ਫਾਰਮ ਦੀ ਇਹ ਜਗ੍ਹਾ ਕਿੰਨੀ ਹੈ? ਜਗ੍ਹਾ ਕੋਈ ਤਕਰੀਬਨ 27 ਤੋਂ 28 ਮਰਲੇ 1.5 ਕਨਾਲ। ਠੀਕ ਹੈ। ਅੱਛਾ ਸਰ ਇਹ ਫਾਰਮ ਤੁਸੀਂ ਤਕਰੀਬਨ ਕਿਦੋਂ ਦਾ ਬਣਾਇਆ ਦਾ ਜੇ? ਇਹ ਤਕਰੀਬਨ ਚੱਲਦਾ ਤੇ ਪੁਰਾਣਾ ਹੀ ਹੈ, ਨਵਾਂ ਪੁਰਾਣਾ ਕਰਦੇ ਰਹੇ ਨੇ, ਹੁਣ ਫੇਰ ਦੁਬਾਰਾ ਹਾਂ ਕੀਤੇ ਨੇ, ਲੇਕਿਨ ਚੱਲਦਾ ਤੇ ਬਾਵਜੂਦ ਹੀ ਪਿਆ ਡੇਰਾ। ਅੱਛਾ ਸਰ ਤੁਸੀਂ ਇਸ ਫਾਰਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਿੰਨੇ ਜਾਨਵਰ ਰੱਖੇ ਨੇ ਤੇ ਕਿੰਨੇ ਇਸ ਫਾਰਮ ਦੇ ਵਿੱਚ ਜਾਨਵਰ ਰੱਖ ਸਕਦੇ ਹੋ? ਹਾਂ ਜਿਹੜੇ ਆਪ ਹੀ ਰੱਖੇ ਨੇ ਜਿਹੜੇ, ਹਾਂ ਅਸੀਂ ਤੇ ਤਕਰੀਬਨ ਕੋਈ 30 ਜਾਨਵਰ ਰੱਖੇ ਨੇ। 30 ਜਾਨਵਰ? ਹਾਂਜੀ। ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਇਸ ਫਾਰਮ ਦੇ ਵਿੱਚ ਆਸਾਨੀ ਨਾਲ ਰਹਿ ਸਕਦੇ ਜੇ? ਆਸਾਨੀ ਨਾਲ ਤੇ ਇੰਨੇ ਹੀ ਰਹਿ ਸਕਦੇ ਨੇ। ਇੰਨੇ ਹੀ? ਅੱਛਾ ਇੱਕ ਮੱਝ ਵਾਸਤੇ ਤਕਰੀਬਨ ਕਿੰਨੀ ਜਗ੍ਹਾ ਜਿਹੜੀ ਆ ਉਹ ਆਸਾਨੀ ਦੇ ਨਾਲ ਮੱਝ ਉੱਤੇ ਰਹਿ ਸਕਦੀ ਜੇ? ਇੱਕ ਮੱਝ ਅਗਰ ਰੱਖੀਏ ਤੇ ਫੇਰ ਤੇ ਕੋਈ 4-5 ਮਰਲੇ ਦੀ ਜਗ੍ਹਾ ਉਹਦੇ ਵਾਸਤੇ ਕਾਫੀ ਹੈ, ਲੇਕਿਨ ਮੈਕਸਿਮਮ ਜਦੋਂ ਸਾਰੇ ਰੱਖਨੇ ਆ ਨਾ ਤੇ ਫਿਰ ਉਹ 1.5 ਕਨਾਲ ਤਕਰੀਬਨ ਇੰਨੇ ਡੰਗਰਾਂ ਵਾਸਤੇ 20-30 ਵਾਸਤੇ ਕਾਫੀ ਹੈ। ਕਾਫੀ ਹੈ। ਅੱਛਾ ਸਰ ਤਕਰੀਬਨ ਇਸ ਟਾਈਮ ਤੁਹਾਡੇ ਕੋਲ ਫਾਰਮ ਦੇ ਉੱਤੇ ਹੋਰ ਵੀ ਕਾਫੀ ਸਾਰੇ ਜਾਨਵਰ ਨੇ, ਤੁਸੀਂ ਸ਼ੁਰੂ ਤੋਂ ਸਿਰਫ ਇਹਦਾ ਡੇਰੀ ਦਾ ਹੀ ਕੰਮ ਕੀਤਾ ਹੈ, ਮੱਝਾਂ ਹੀ ਰੱਖੀਆਂ ਨੇ ਜਾਂ ਕੋਈ ਕੱਟਿਆਂ ਵਗੈਰਾ ਦਾ ਕੰਮ ਵੀ ਕੀਤਾ ਜੇ? ਹਾਂ ਕੱਟਿਆਂ ਦਾ ਵੀ ਨਾਲ, ਵੱਛਿਆਂ ਦਾ ਵੀ ਨਾਲ ਕੀਤਾ ਤੇ ਲੇਕਿਨ ਜ਼ਿਆਦਾ ਤਦਾਦ ਸਾਡੇ ਕੋਲ ਆਹੀ ਹੈ ਮੱਝਾਂ ਦੀ।
ਅੱਛਾ, ਕੱਟਿਆਂ ਦਾ ਵੀ ਮਾਸ਼ਾਅੱਲਾ ਤੁਹਾਡਾ ਤਜਰਬਾ ਹੈ ਤੇ ਵੱਛਿਆਂ ਦਾ ਵੀ, ਤੇ ਕੀ ਤੁਸੀਂ ਸਮਝਦੇ ਹੋ ਕਿ ਉਹ ਦੋਨਾਂ ਕੰਮਾਂ ਨਾਲੋਂ ਇਹ ਕੰਮ ਬਿਹਤਰ ਹੈ ਜਾਂ ਉਹ ਵੀ ਕੀਤਾ ਜਾਏ ਤੇ ਉਹਦੇ 'ਚ ਵੀ ਪ੍ਰੋਫਿਟ ਜ਼ਿਆਦਾ ਹੈ? ਉਹਦੇ ਵਿੱਚ ਵੀ ਪ੍ਰੋਫਿਟ ਜ਼ਿਆਦਾ, ਲੇਕਿਨ ਉਹਦੇ ਵਿੱਚ ਬੰਦਿਆਂ ਦਾ ਕੰਮ ਜ਼ਿਆਦਾ ਚਾਹੀਦਾ। ਫਿਰ ਉਹ ਸਾਡੇ ਕੋਲ ਇੰਨੇ ਬੰਦੇ ਜਿਹੜੇ ਨਾ ਦਸਤਿਆਬ ਨਹੀਂ ਹੁੰਦੇ, ਲਿਆਦਾ ਅਸੀਂ ਆਪਣੇ ਮਤਲਬ ਹਿਸਾਬ ਨਾਲ ਇਹਨਾਂ ਮਾਰ ਰੱਖਿਆ। ਅੱਛਾ, ਜਿਹੜੇ ਇਹ 30 ਡੰਗਰ ਨੇ ਇਹਨਾਂ ਨੂੰ ਸੰਭਾਲਣ ਵਾਸਤੇ ਕਿੰਨੇ ਬੰਦੇ ਰੱਖੇ ਨੇ? ਅਸੀਂ ਜਿਹੜੇ ਬੰਦੇ 30 ਡੰਗਰਾਂ ਵਾਸਤੇ ਕਮ ਤੋਂ ਕਮ ਅਸੀਂ 2 ਬੰਦੇ ਆ। ਠੀਕ, 2 ਬੰਦੇ ਆਸਾਨੀ ਦੇ ਨਾਲ ਇਹਨੇ ਦੇਖਭਾਲ ਕਰ ਸਕਦੇ ਹੋ? ਹਾਂ, 2 ਬੰਦੇ ਆਸਾਨੀ ਨਾਲ ਕਰ ਸਕਦੇ ਨੇ। ਅੱਛਾ, ਤੇ ਸਭ ਤੋਂ ਵੱਡਾ ਮਸਲਾ ਜਿਹੜਾ ਤੁਸੀਂ ਕੱਟਿਆਂ ਦੇ ਬਾਰੇ ਚ ਦੱਸ ਰਹੇ ਹੋ ਕਿ ਉਹ ਲੇਬਰ ਦਾ ਤੁਸੀਂ ਦੱਸਿਆ ਕਿ ਬੰਦੇ ਐਨੇ ਵਾਸਤੇ ਵੀ ਅਸਰ ਨਹੀਂ। ਅੱਛਾ, ਉਹਦੇ ਵਿੱਚ ਪ੍ਰੋਫਿਟ ਦਾ ਜਾਂ ਕੋਈ ਐਸਾ ਲਾਸ ਤੇ ਨਹੀਂ ਹੁੰਦਾ ਉਹਦੇ ਵਿੱਚ ਅਗਰ ਰੱਖੇ ਜਾਣ ਤੇ? ਅਗਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਰੱਖਿਆ ਜਾਏ, ਉਹਨਾਂ ਨਾਲ ਬੰਦਾ ਉਹਨਾਂ ਵਾਸਤੇ ਸਪੈਸ਼ਲ ਰੱਖਿਆ ਜਾਏ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਫਿਟ ਹੈ, ਬਹੁਤ ਜ਼ਿਆਦਾ। ਹਾਂਜੀ, ਲੇਕਿਨ ਉਹ ਤੁਸੀਂ ਕੰਮ ਕਰਕੇ ਖਤਮ ਕਰ ਛੜਿਆ ਤਕਰੀਬਨ, ਇਹਨੂੰ ਤੁਸੀਂ ਜਾਰੀ ਰੱਖਦੇ ਪਿਓ, ਇਹਦਾ ਮਤਲਬ ਇਹ ਵੀ ਕਿ ਇਹਦੇ ਵਿੱਚ ਉਹਨਾਂ ਨਾਲੋਂ ਜ਼ਿਆਦਾ ਫਾਇਦਾ ਹੈ? ਇਹਨਾਂ 'ਚ ਵੀ ਫਾਇਦਾ ਜ਼ਿਆਦਾ ਹੈ, ਲੇਕਿਨ ਉਹ ਅਸੀਂ ਸੀਜ਼ਨ ਦੇ ਸੀਜ਼ਨ ਕਰਨੇ ਆ। ਜਦੋਂ ਈਦ ਹੁੰਦੀ ਹੈ ਨਾ, ਉਦੋਂ ਈਦ ਤੋਂ ਪਹਿਲਾਂ ਅਸੀਂ ਲੈਨੇ ਆ ਜੀ 4-5 ਮਹੀਨੇ 6 ਮਹੀਨੇ, ਫਿਰ ਅਸੀਂ ਉਹਨਾਂ ਨੂੰ ਈਦ ਤੇ ਫਰੋਖਤ ਕਰ ਦਿੰਦੇ ਆ। ਈਦ ਤੇ ਫਰੋਖਤ। ਅੱਛਾ ਸਰ, ਇੰਨੀਆਂ ਤੁਸੀਂ ਜਿੰਨੀਆਂ ਵੀ ਭੈਂਸਾਂ ਤੁਹਾਡੇ ਕੋਲ ਦੁੱਧ ਦਿੰਦੀਆਂ ਪਈਆਂ ਨੇ, ਇਹ ਤਕਰੀਬਨ ਇੱਕ ਦਿਨ ਦਾ ਇਹਨਾਂ ਦੇ ਡੇਲੀ ਜਿਹੜਾ ਖਰਚਾ ਉਹ ਸਾਰੀਆਂ ਮੱਝਾਂ ਤੇ ਕਿੰਨਾ ਕੁ ਆ ਜਾਂਦਾ ਜੇ? ਇਹਨਾਂ ਦੇ ਤਕਰੀਬਨ ਜੇ ਸਾਰਾ ਖਰਚਾ ਇਹਨਾਂ ਦਾ ਮੈਕਸਿਮਮ ਵੇਖੀਏ ਨਾ ਜੀ ਤੇ ਅੱਧ ਤੋਂ ਜ਼ਿਆਦਾ ਅਗਰ 100 ਰੁਪਏ ਅਸੀਂ ਇਹਨਾਂ ਦਾ ਕਮਾਉਂਦੇ ਆ ਨਾ, ਤੇ 40 ਰੁਪਏ ਤਕਰੀਬਨ 100 ਚ ਜਿਹੜੇ ਨਾ ਇਹਨਾਂ ਦਾ ਖਰਚਾ ਆ ਜਾਂਦਾ। 40 ਰੁਪਏ ਇਹਨਾਂ ਦਾ ਖਰਚਾ ਆ ਜਾਂਦਾ। ਅੱਛਾ, ਤੇ 9 ਮੱਝਾਂ ਦਾ ਦੁੱਧ ਕਿੰਨਾ ਕੁ ਹੁੰਦਾ ਡੇਲੀ ਅੰਦਾਜ਼ਨ? ਇਹਨਾਂ ਦਾ ਮੈਕਸਿਮਮ ਨਾਲ ਇਹਨਾਂ ਦੇ ਜਾ ਹੁੰਦੇ ਨੇ, ਉਹਨਾਂ ਨੇ ਵੀ ਦੁੱਧ ਅਸੀਂ ਇਹਨਾਂ ਨੂੰ ਪਿਆਲ ਕੇ ਨਾ ਤੇ ਤਕਰੀਬਨ ਅਸੀਂ ਇਹਨਾਂ ਦਾ 60 ਕਿਲੋ ਦੁੱਧ ਦੇਣ ਡਏ ਆ। 60 ਕਿਲੋ ਮਾਸ਼ਾਅੱਲਾ ਇਹਨਾਂ ਦਾ ਦੁੱਧ ਦਿੰਦੇ ਪਏ। ਗਾਵਾਂ ਦਾ ਦੁੱਧ ਘਰ ਰੱਖ ਲੈਂਦੇ ਦੂੰ ਦਾ, ਤੇ ਬਾਕੀ 7 ਮੱਝਾਂ ਦਾ ਅਸੀਂ 60 ਕਿਲੋ ਦੇ ਰਹੇ ਆ। ਅੱਛਾ ਸਰ, ਮਾਸ਼ਾਅੱਲਾ ਤੁਸੀਂ ਗਾਵਾਂ ਵੀ ਰੱਖੀ ਦੀਆਂ ਨੇ, ਤੇ ਕਿੰਨੀਆਂ ਗਾਵਾਂ ਜੇ? ਗਾਵਾਂ 2 ਜੇ। 2 ਗਾਵਾਂ ਜੇ? ਕਿਹੜੀ ਨਸਲ ਦੀਆਂ? ਇੱਕ ਵਲਾਇਤੀ ਹੈ ਆਸਟ੍ਰੇਲੀਆ, ਇੱਕ ਸਾਹੀਵਾਲ ਦੀ ਹੈ। ਅੱਛਾ, ਇਹ ਤਕਰੀਬਨ ਕਿੰਨੀ ਦੇਰ ਤੋਂ ਰੱਖੀ ਦੀਆਂ ਨੇ ਤੁਸੀਂ? ਇਹ ਤਕਰੀਬਨ ਨਾਲ 1-2 ਜਾਨਵਰ ਅਸੀਂ ਰੱਖਨੇ ਆ। 1-2 ਜਾਨਵਰ ਰੱਖੀ ਰੱਖਦੇ? ਹਾਂਜੀ, ਉਹ ਨਾਲ ਜਿਹੜਾ ਨਾ ਪੱਕਾ ਹੁੰਦਾ। ਅੱਛਾ, ਗਾਈਆਂ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਕਿਹੜੀ ਜਿਹੜੀ ਨਸਲ ਹੈ ਦਿੰਦੀ ਹੈ ਦੁੱਧ ਦੀ? ਉਹਨਾਂ ਦਾ ਇੰਨਾ ਸਾਨੂੰ ਤਜਰਬਾ ਨਹੀਂ, ਲੇਕਿਨ ਸਾਡੇ ਖਿਆਲ ਦੇ ਮੁਤਾਬਕ ਜਿਹੜਾ ਅਸੀਂ ਆਪਣਾ ਜਸਟ ਕੀਤਾ ਨਾ, ਉਹਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਗਾਂ ਨਾ ਉਹ ਬਿਹਤਰ ਹੈ। ਅੱਛਾ ਸਰ, ਤੁਸੀਂ ਦੋਨੇ ਫਾਰਮਿੰਗ ਇਕੱਠੀਆਂ ਕਰ ਰਹੇ ਹੋ, ਗਾਈਆਂ ਦੀ ਵੀ ਤੇ ਮੱਝਾਂ ਦੀ ਵੀ। ਦੋਨਾਂ ਦੇ ਵਿੱਚੋਂ ਜ਼ਿਆਦਾ ਜਿਹੜਾ ਪ੍ਰੋਫਿਟ ਤੁਹਾਨੂੰ ਨਜ਼ਰ ਆਉਂਦਾ ਹੈ ਉਹ ਦੋਨਾਂ ਦੇ ਵਿੱਚੋਂ ਕਿਹਦਾ ਜੇ, ਮੱਝਾਂ ਦਾ ਜਾਂ ਗਾਈਆਂ ਦਾ? ਮੈਕਸਿਮਮ ਵੇਖੀਏ ਜੇ ਐਵਰੇਜ ਇਹਨਾਂ ਦੀ ਵੇਖੀਏ ਇਹਨਾਂ ਤੇ ਫਿਰ ਦੇ ਮੱਝਾਂ ਦਾ ਜ਼ਿਆਦਾ। ਮੱਝਾਂ ਦਾ ਜ਼ਿਆਦਾ? ਹਾਂਜੀ। ਅੱਛਾ, ਮੱਝਾਂ ਦੇ ਵਿੱਚ ਮਿਹਨਤ ਵੀ ਉਨੀ ਜ਼ਿਆਦਾ ਕਰਨੀ ਪੈਂਦੀ ਹੈ ਜਾਂ ਇੱਕੋ ਜੈਸੀ ਹੈ, ਚਾਰਾ ਇੱਕੋ ਜੈਸਾ ਦੋਨਾਂ ਨੂੰ ਪਾਣੇ ਪੈਂਦਾ ਹੈ ਜਾਂ ਕੰਮ ਜ਼ਿਆਦਾ ਹੁੰਦਾ ਹੈ? ਨਹੀਂ, ਜੇ ਤੇ ਇਹਨਾਂ ਦੀ ਖੁਰਾਕ ਦੇ ਵਿੱਚ ਵੇਖੀਏ ਤੇ ਫਿਰ ਗਾਵਾਂ ਨੂੰ ਜ਼ਿਆਦਾ ਉਹਨਾਂ ਵੱਲ ਧਿਆਨ ਰੱਖਣਾ ਪੈਂਦਾ, ਉਹਨਾਂ ਨੂੰ ਜ਼ਿਆਦਾ ਦੇਣਾ ਪੈਂਦਾ ਹੈ ਖੁਰਾਕ ਗਾਵਾਂ ਨੂੰ ਜ਼ਿਆਦਾ ਦੇਣੀ ਪੈਂਦੀ ਹੈ, ਉਹਨਾਂ ਉਹਦੇ 'ਚ ਪ੍ਰੋਫਿਟ ਘੱਟ ਹੈ। ਉਹਨਾਂ ਪ੍ਰੋਫਿਟ ਘੱਟ ਹੈ। ਇਹਦੇ ਵਿੱਚ ਦੁੱਧ ਸੇਲ ਕਰਨੇ ਦੇ ਵਿੱਚ ਵੀ ਕੋਈ ਮਸਲਾ ਆਉਂਦਾ ਹੈ? ਗਾਈਆਂ ਦਾ ਸੁਣਿਆ ਦੁੱਧ ਜਿਹੜਾ ਉਹ ਸੇਲ ਕਰਨੇ 'ਚ ਕਮ ਲੋਕ ਖਰੀਦਦੇ ਨੇ ਉਹਨਾਂ ਨੂੰ, ਜਦਕਿ ਮੱਝਾਂ ਦਾ ਜਿਹੜਾ ਆਸਾਨੀ ਦੇ ਨਾਲ ਸੇਲ ਹੋ ਜਾਂਦਾ। ਇਹ ਬਿਲਕੁਲ ਗੱਲ ਤੁਹਾਡੀ ਠੀਕ ਹੈ। ਗਾਵਾਂ ਦਾ ਦੁੱਧ ਜਿਹੜਾ ਨਾ ਉਹ ਸਾਰੇ ਆਮ ਲੋਕੀ ਨਹੀਂ ਲੈਂਦੇ, ਉਹ ਬਹੁਤ ਘੱਟ ਵਿਕਦਾ, ਤੇ ਮੱਝਾਂ ਦਾ ਜ਼ਿਆਦਾ ਆਸਾਨੀ ਨਾਲ ਜਿਹੜਾ ਨਾ ਉਹ ਪੂਰਾ ਹੋ ਜਾਂਦਾ। ਅੱਛਾ ਸਰ, ਇਹ ਦੱਸ ਦਿਓ ਕਿ ਤੁਸੀਂ ਮੱਝ ਕੋਲੋਂ ਜ਼ਿਆਦਾ ਦੁੱਧ ਲੈਣ ਲਈ ਕੋਈ ਵੰਡਾ ਵੀ ਪਾਉਂਦੇ ਹੋ? ਵੰਡਾ ਵੀ ਅਸੀਂ ਉਹਨਾਂ ਨੂੰ ਪਾਉਂਦੇ ਆ, ਖਲ ਵੀ ਪਾਉਂਦੇ ਆ, ਫਿਰ ਅਸੀਂ ਕਣਕ ਵੀ ਆਪਣੇ ਕੋਲੋਂ ਜਿਹੜੀ ਇਹਨਾਂ ਦਲ ਕੇ ਉਹ ਵਿੱਚ ਮਿਕਸ ਕਰਕੇ ਮਕਈ ਵਗੈਰਾ ਵੀ ਪਾਉਂਦੇ ਆ। ਅੱਛਾ ਸਰ, ਵੰਡਾ ਪਾਉਣ ਨਾਲ ਕਣਕ ਪਾਉਣ ਨਾਲ ਕੋਈ ਦੁੱਧ ਦਾ ਫਰਕ ਪੈਂਦਾ? ਬਹੁਤ ਜ਼ਿਆਦਾ। ਕਿੰਨਾ ਕੁ ਫਰਕ ਪੈ ਜਾਂਦਾ ਜੀ? ਤਕਰੀਬਨ ਇੱਕ ਟਾਈਮ ਦਾ ਦੁੱਧ 1.5 ਤੋਂ 2 ਕਿਲੋ ਦੀ ਜਿਹੜਾ ਨਾ ਇਜ਼ਾਫਾ ਹੋ ਜਾਂਦਾ, ਅਗਰ ਅਸੀਂ ਨਾਲ ਕਣਕ ਤੇ ਮਕਈ ਵਗੈਰਾ ਜਿਹੜਾ ਨਾ ਘਰ ਦਾ ਵੰਡਾ ਤਿਆਰ ਕਰਕੇ ਨਾਲ ਪਾਈਏ। ਇੱਕ ਟਾਈਮ ਦਾ 1.5 ਤੋਂ 2 ਕਿਲੋ ਦਾ ਫਰਕ ਪੈਂਦਾ ਵੰਡੇ ਦੇ ਨਾਲ? ਹਾਂਜੀ। ਅੱਛਾ, ਵੰਡੇ ਦੀ ਬੋਰੀ ਜਿਹੜੀ ਆ ਤਕਰੀਬਨ ਉਹ ਕਿੰਨੇ ਕਿਲੋ ਦੀ ਹੁੰਦੀ ਜੇ? 40 ਕਿਲੋ ਦੀ। 40 ਕਿਲੋ ਦੀ। ਤੇ ਕਿੰਨੇ ਦਿਨਾਂ 'ਚ ਖਤਮ ਕਰਦੇ ਹੋ? ਉਹ ਤਕਰੀਬਨ ਅਸੀਂ 5 ਤੋਂ 6 ਦਿਨਾਂ ਦੇ ਵਿੱਚ ਇੱਕ ਡੰਗਰ ਦੀ ਖਤਮ ਕਰ ਛੱਡਦੇ ਆ। ਅੱਛਾ, ਮਾਸ਼ਾਅੱਲਾ 20 ਸਾਲਾਂ ਦਾ ਤਜਰਬਾ ਹੈ ਤੁਹਾਡਾ। ਜਾਨਵਰਾਂ ਦੀਆਂ ਮੋਟੀਆਂ-ਮੋਟੀਆਂ ਬਿਮਾਰੀਆਂ ਦੇ ਦੱਸ ਦਿਓ ਸਾਨੂੰ। ਮੋਟੀਆਂ ਬਿਮਾਰੀਆਂ ਇਹਨਾਂ ਦੀਆਂ ਇਹੋ ਹੀ ਨੇ ਕਿ ਅਗਰ ਇਹਨਾਂ ਦੀ ਕੇਅਰ ਨਾ ਕੀਤੀ ਜਾਏ ਤੇ ਇਹਨਾਂ ਦੇ ਥਣਾਂ ਨੂੰ ਮਸਲਾ ਬਣ ਜਾਂਦਾ ਜੀ। ਅਗਰ ਇਹਨਾਂ ਨੂੰ ਪਾਣੀ ਦਾ ਜਾਂ ਇਹਨਾਂ ਨੂੰ ਧੁੱਪ ਵਗੈਰਾ ਦਾ ਮੌਸਮ ਦੇ ਹਿਸਾਬ ਨਾਲ ਐਡਜਸਟ ਨਾ ਕਰੀਏ ਤੇ ਫਿਰ ਇਹਨਾਂ ਨੂੰ ਬੁਖਾਰ ਵੀ ਨਾਲ ਹੋ ਜਾਂਦਾ। ਬੁਖਾਰ ਵੀ ਹੋ ਜਾਂਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਅਗਰ ਕੇਅਰ ਕਰਦੇ ਰਹੀਏ ਤੇ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਦੀ ਜ਼ਾਤ ਬਿਹਤਰ ਕਰਦੀ ਹੈ, ਕੋਈ ਐਡਾ ਕੋਈ ਪ੍ਰੋਬਲਮ ਨਹੀਂ ਹੁੰਦੀ। ਅੱਛਾ ਸਰ, ਇਹ ਅਸੀਂ ਦੇਖਨੇ ਪਿਆ ਕਿ ਛੋਟਾ ਜਿਹਾ ਤਲਾਅ ਵੀ ਬਣਾਇਆ ਹੈ। ਹਾਂਜੀ। ਇਹ ਤਲਾਅ ਜਿਹੜਾ ਹੈ ਤਕਰੀਬਨ ਇਹਦਾ ਕੀ ਫਾਇਦਾ ਹੁੰਦਾ ਜੇ, ਕਿੰਨਾ ਕੁ ਫਾਇਦਾ ਇਹਨੂੰ ਬਣਾਉਣ ਦਾ? ਇਹਦਾ ਜਿਹੜਾ ਤਲਾਅ ਬਣਾਇਆ ਨਾ ਗਰਮੀਆਂ ਵਾਸਤੇ ਆ ਬਹੁਤ ਜ਼ਿਆਦਾ ਇਹਦਾ ਫਾਇਦਾ ਜੀ, ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ। ਤੇ ਇਹਦੇ ਵਿੱਚ ਡੰਗਰ ਬਹਿ ਜਾਂਦੇ ਨੇ, ਨਹਾਉਂਦੇ ਨੇ ਆਰਾਮ ਨਾਲ, ਆਪਣੀ ਮਰਜ਼ੀ ਨਾਲ ਨਿਕਲਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਨਾ ਗਰਮੀ ਬਹੁਤ ਮਤਲਬ ਉਹ ਪਾਣੀ ਜਿਹੜਾ ਨਾ ਤਲਾਅ ਉਹ ਉਹਨਾਂ ਦੀ ਜ਼ਾਇਆ ਕਰ ਦਿੰਦਾ। ਅੱਛਾ, ਤਲਾਅ ਜਿਹੜਾ ਇਹਦੀ ਲੰਬਾਈ ਚੌੜਾਈ ਦੇ ਸਾਨੂੰ ਦੱਸ ਦਿਓ ਕਿੰਨੀ ਜੇ?
ਆ ਤਕਰੀਬਨ ਇਹਦੀ ਜਿਹੜੀ ਹੈ ਨਾ ਲੰਬਾਈ ਜਿਹੜੀ ਹੈ ਉਹ ਹਾਂ ਡੰਗਰਾਂ ਦੇ ਹਿਸਾਬ ਨਾਲ ਜਿਹੜਾ ਨਾ ਬਣਾਇਆ ਨਾ ਹਾਂਜੀ ਇਹਦੀ ਕੋਈ ਤਕਰੀਬਨ 20 ਫੁੱਟ ਇਹਦੀ ਚੜਾਈ ਇਹ ਲੰਬਾਈ ਜੇ ਹਾਂਜੀ ਤੇ ਕੋਈ 12 ਫੁੱਟ ਇਹਦੀ ਚੜਾਈ ਜੇ 12 ਫੁੱਟ ਇਹਦੀ ਚੜਾਈ ਹੈ। ਅੱਛਾ ਤਕਰੀਬਨ ਐਨੇ ਜਾਨਵਰਾਂ ਵਾਸਤੇ ਕਾਫੀ ਹੈ? ਆ ਤਕਰੀਬਨ ਕੋਈ 9 ਜਾਨਵਰਾਂ ਵਾਸਤੇ ਕਾਫੀ ਹੈ। 9 ਜਾਨਵਰਾਂ ਵਾਸਤੇ ਕਾਫੀ ਹੈ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਆਮੀਨ। ਅੱਲਾਹ ਹਾਫਿਜ਼।